ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਰਹੀ ਆ। ਕਿਸੇ ਵੀ ਹਿੱਸੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਾਂ ਗਵਾਂਢੀ ਸੂਬਿਆਂ ਦੇ ਵਿੱਚੋਂ ਮੀਂਹ ਕਣੀ ਦੀਆਂ ਖਬਰਾਂ ਪ੍ਰਾਪਤ ਨਹੀਂ ਹੋਈਆਂ। ਮੌਸਮ ਵਿਭਾਗ ਦੇ ਅੰਦਾਜ਼ੇ ਪਿਛਲੇ 3-4 ਦਿਨਾਂ ਤੋਂ ਗਲਤ ਸਾਬਤ ਹੋ ਰਹੇ ਆ। ਜਿਹੜੀ ਹੁਣ ਭਵਿੱਖਬਾਣੀ ਕੀਤੀ ਗਈ ਆ ਕਿ ਮੀਂਹ ਪਊ ਆਉਂਦੇ 48 ਘੰਟਿਆਂ ਦੇ ਵਿੱਚ, ਇਹਦੇ ਬਾਬਤ ਵਕਤੀ ਬਿਆਨ ਕਰੂ ਤੇ ਜੋ ਬਿਆਨ ਕਰੂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਹਿਲੀ ਵੱਡੀ ਖਬਰ ਆ ਜਿਹੜੀ ਉਹ ਹੈਗੀ ਆ ਪੰਜਾਬ ਕਾਂਗਰਸ ਦੇ ਕਲੇਸ਼ ਨਾਲ ਜੁੜੀ। ਪਰ ਉਸ ਤੋਂ ਪਹਿਲਾਂ ਇੱਕ ਹੋਰ ਖਬਰ ਸਾਂਝੀ ਕਰਨੀ ਬਣਦੀ ਹੈ ਜਿਹਦੇ ਕਰਕੇ ਤੁਹਾਡੀਆਂ ਕੱਛਾਂ ਵੀ ਹੱਸਣਗੀਆਂ। ਤੁਸੀਂ ਸੋਚੋਗੇ ਵੀ ਕਿ ਇਹ ਨੇ ਭਾਰਤ ਦੇ ਮਹਾਨ ਨੇਤਾ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ। ਇਹ ਨੇਤਾ ਕਿ ਵਿਗਿਆਨੀ ਆ? ਵੈਸੇ ਭਾਰਤ ਦੇ ਵਿੱਚ ਊਟ ਪਟਾਂਗ ਗੱਲਾਂ ਕਰਨ ਵਾਲੇ, ਨਵੀਆਂ ਭਵਿੱਖਬਾਣੀਆਂ ਕਰਨ ਵਾਲੇ ਵਿਗਿਆਨੀਆਂ ਦੀ ਘਾਟ ਨਹੀਂ। ਜਦੋਂ ਇੱਥੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਮਹਾਭਾਰਤ ਦੇ ਯੁੱਧ ਦੇ ਵੇਲੇ ਵੀ ਇੰਟਰਨੈਟ ਹੁੰਦਾ ਸੀ ਤੇ ਉਦੋਂ ਨਾ ਵਾਈਫਾਈ ਵੀ ਚੱਲਦਾ ਹੁੰਦਾ ਸੀ। ਉਦੋਂ ਮਨ ਦੇ ਵਿੱਚ ਸਵਾਲ ਇਹ ਵੀ ਆਉਂਦਾ ਵੀ ਜਦੋਂ ਉੱਥੇ ਜੰਗ ਲੱਗਦੀ ਸੀ, ਜਦੋਂ ਲੜਾਈ ਲੜਦੇ ਸੀ, ਉਦੋਂ ਡਾਟਾ ਆਫ ਕਰ ਦਿੰਦੇ ਸੀ ਕਿ ਉਦੋਂ ਔਨ ਹੀ ਰੱਖਦੇ ਹੁੰਦੇ ਸੀ। ਲੋਕਾਂ ਦੇ ਇਹ ਬਹੁਤ ਸਾਰੇ ਸਵਾਲ ਆ, ਚੁਟਕਲੇ ਨੂੰਮਾ ਗੱਲਾਂ ਵੀ ਆ। ਪਰ ਹੁਣ ਜਿਹੜੀ ਨਵੀਂ ਖੋਜ ਹੋਈ ਆ ਚੰਦਰ ਮੋਹਨ ਮੰਤਰੀ ਦੇ ਵੱਲੋਂ ਕੀਤੀ ਗਈ ਹੈ। ਆਸਾਮ ਦੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਹੈ ਚੰਦਰ ਮੋਹਨ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਜਿਹੜਾ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਆਇਆ, ਮਹਾਮਾਰੀ ਆਈ ਹੈ, ਇਹ ਕਿਸੇ ਲੈਬੋਰਟਰੀ 'ਚ ਜਾਂ ਕਿਸੇ ਵਿਅਕਤੀ ਦੇ ਵੱਲੋਂ ਤਿਆਰ ਨਹੀਂ ਕੀਤੀ ਗਈ। ਇਹ ਕੋਈ ਮਹਾਮਾਰੀ ਹੈ ਜਿਹੜੀ ਵਿਅਕਤੀ ਦੇ ਵੱਲੋਂ ਫੈਲਾਈ ਗਈ ਨਹੀਂ। ਇਹ ਕੁਦਰਤ ਦੇ ਕੰਪਿਊਟਰ ਦੇ ਵਿੱਚੋਂ ਵਾਇਰਸ ਲੀਕ ਹੋ ਗਿਆ, ਧਰਤੀ ਦੇ ਉੱਤੇ ਆ ਗਿਆ, ਮਹਾਮਾਰੀ ਫੈਲ ਗਈ। ਇਸ ਕੰਪਿਊਟਰ ਦੇ ਵਿੱਚ ਸਭ ਕੁਝ ਦਰਜ ਆ ਵੀ ਕਿੰਨੀ ਦੇਰ ਬਾਅਦ ਇਹ ਮਹਾਮਾਰੀ ਖਤਮ ਹੋਣੀ ਹੈ, ਕਿੱਥੇ ਵਧਣੀ ਆ, ਕਿੱਥੇ ਘਟਣੀ ਆ, ਕਿੰਨੇ ਲੋਕਾਂ ਨੇ ਮਰਨਾ, ਕਿੰਨੇ ਲੋਕਾਂ ਨੇ ਬਚਣਾ, ਕਿੰਨੇ ਬਿਮਾਰ ਹੋਣਗੇ, ਕਦੋਂ ਇਹ ਅਫੈਕਟਡ ਹੋਣਗੇ। ਸੋ ਮਤਲਬ ਇਹ ਹੈ ਵੀ ਹੁਣ ਤੱਕ ਕਹਿੰਦੇ ਰਹੇ ਆ ਕਿ ਚੀਨ ਦੀ ਵੁਹਾਨ ਦੀ ਲੈਬ ਦੇ ਵਿੱਚੋਂ ਇਹ ਕਰੋਨਾ ਵਾਇਰਸ ਲੀਕ ਕੀਤਾ ਗਿਆ, ਬਣਾ ਕੇ ਫੈਲਾਇਆ ਗਿਆ। ਪਰ ਅਮਰੀਕਾ ਵੀ ਗਲਤ, ਭਾਰਤ ਵੀ ਗਲਤ। ਇਹ ਜਨਾਬ ਟਰਾਂਸਪੋਰਟ ਮੰਤਰੀ ਨੇ ਜਿਹੜੇ, ਇਹ ਬਿਲਕੁਲ ਸਹੀ ਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੀਤੀ ਆ। ਇਹਨਾਂ ਨੂੰ ਬਹੁਤ ਵੱਡੇ ਵੱਡੇ ਪੁਰਸਕਾਰ ਮਿਲਣੇ ਚਾਹੀਦੇ ਆ। ਲੋਕ ਵੈਸੇ ਹੈਰਾਨ ਹੋਣਗੇ ਦੁਨੀਆ ਭਰ ਦੇ ਵੀ ਇਹ ਸਾਰੇ ਵਿਗਿਆਨੀ ਭਾਰਤ 'ਚ ਹੀ ਜੰਮਣੇ ਸੀ। ਜਿਨ੍ਹਾਂ ਨੂੰ ਜਿਹੜੇ ਕੰਮ ਲਈ ਚੁਣਿਆ ਉਹ ਉਹੋ ਜਿਹੀ ਗੱਲ ਤਾਂ ਕਰਦੇ ਨਹੀਂ, ਪਰ ਇਹ ਵਿਕਰਮ ਲੈਂਡਰ ਦੀ ਗੱਲ ਵੀ ਕਰਦੇ ਆ। ਇਹ ਗੱਲ ਕਰਦੇ ਵੀ ਅਤੀਤ ਦੇ ਵਿੱਚ ਕਿਹੜੇ ਯੁੱਗ ਦੇ ਵਿੱਚ ਕੀ ਕੁਝ ਹੁੰਦਾ ਸੀ। ਇਹ ਗੱਲ ਕਰਦੇ ਵੀ ਫਲਾਣੀ ਚੀਜ਼ ਪੀ ਲਓ ਤਾਂ ਐਂ ਹੋ ਜਾਓਗੇ, ਫਲਾਣੀ ਚੀਜ਼ ਪੀ ਲਓ ਤਾਂ ਐਂ ਹੋ ਜਾਓਗੇ, ਫਲਾਣੀ ਚੀਜ਼ ਖਾ ਲਓ ਫਿਰ ਐਂ ਹੋ ਜਾਓਗੇ। ਇਹਨਾਂ ਨੂੰ ਇਹਨਾਂ ਦੀਆਂ ਖੋਜਾਂ ਮੁਬਾਰਕ। ਇਹ ਸਾਡੇ ਭਾਰਤ ਦੇ ਵਿੱਚ ਹੀ ਆ, ਹੋਰ ਕਿਤੇ ਇਹੋ ਜਿਹੇ ਵਿਗਿਆਨੀ ਪਾਏ ਨਹੀਂ ਜਾਂਦੇ ਜਿਹੜੇ ਕਿ ਨਿਊਟਨ ਨੂੰ ਫੇਲ ਕਰਦੇ ਹੋਣ, ਜਿਹੜੇ ਕਿ ਗੈਲੀਲੀਓ ਨੂੰ ਫੇਲ ਕਰਦੇ ਹੋਣ, ਜਿਹੜੇ ਕੋਲੰਬਸ ਨੂੰ ਫੇਲ ਕਰਨ ਦਾ ਮਾਦਾ ਰੱਖਦੇ ਹੋਣ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਇਹ ਕਾਂਗਰਸ ਦੇ ਕਲੇਸ਼ ਨਾਲ ਜੁੜੀ ਹੈ। ਕਾਂਗਰਸ ਦੇ ਵਿੱਚ ਕਲੇਸ਼ ਘਟਣ ਦੀ ਥਾਂ ਦੇ ਉੱਤੇ ਜਾਂ ਥੰਮਣ ਦੀ ਥਾਂ ਦੇ ਉੱਤੇ ਲਗਾਤਾਰ ਵੱਧ ਰਿਹਾ। ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦੇ ਪ੍ਰਧਾਨ ਨਹੀਂ ਸੀ ਬਣੇ, ਇਉਂ ਲੱਗਦਾ ਸੀ ਵੀ ਜਦੋਂ ਬਣ ਗਏ ਕਮਾਲਾਂ ਕਰਨਗੇ। ਪਰ ਕਮਾਲ ਉਹਨਾਂ ਨੇ ਬਿਆਨਾਂ ਰਾਹੀਂ ਕੀਤੀ, ਕੁਛ ਕੁ ਦਿਨ ਭਾਸ਼ਣਾਂ ਰਾਹੀਂ ਕੀਤੀ ਤੇ ਹੁਣ ਅੱਜ ਉਹਨਾਂ ਨੇ ਫਿਰ ਇੱਕ ਨਵਾਂ ਕਲੇਸ਼ ਪਾਤਾ। ਉਹ ਕਹਿੰਦੇ ਵੀ ਜੇਕਰ ਮੈਨੂੰ ਫੈਸਲੇ ਲੈਣ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਫਿਰ ਮੈਂ ਇੱਟ ਨਾਲ ਇੱਟ ਖੜਕਾ ਦੇਣੀ ਆ। ਇਹੀ ਗੱਲਾਂ ਕਹਿ ਕੇ ਉਹਨਾਂ ਨੇ ਪ੍ਰਧਾਨਗੀ ਹਾਸਲ ਕੀਤੀ ਆ। ਹੁਣ ਇਹ ਗੱਲਾਂ ਕਹਿ ਕੇ ਉਹ ਕੀ ਹਾਸਲ ਕਰਨਾ ਚਾਹੁੰਦੇ ਆ, ਇਹਦੇ ਬਾਬਤ ਸ਼ਿਕਾਇਤਾਂ ਜਿਹੜੀਆਂ ਉਹ ਹਾਈ ਕਮਾਨ ਤੱਕ ਪਹੁੰਚ ਗਈਆਂ। ਲੰਘੇ ਕੱਲ੍ਹ ਹਰੀਸ਼ ਰਾਵਤ ਨੇ ਇਹ ਗੱਲ ਕਹੀ ਸੀ ਕਿ ਦੇਖੋ ਜੀ, ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ, ਪੰਜਾਬ ਦੀ ਪੂਰੀ ਕਾਂਗਰਸ ਨਹੀਂ ਸੌਂਪਤੀ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੀ ਜੇਕਰ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸਹੀ ਤਰੀਕੇ ਦੇ ਨਾਲ ਨਾ ਚੱਲਣਗੇ ਤਾਂ ਫਿਰ ਇਹ ਸਾਨੂੰ ਹਟਾਉਣੇ ਪੈਣਗੇ। ਉਹਨਾਂ ਨੇ ਹਟਾਉਣ ਦੀ ਗੱਲ ਕੀਤੀ। ਕੱਲ੍ਹ ਮਾਲਵਿੰਦਰ ਮਾਲੀ ਨੇ ਇਹ ਗੱਲ ਕਹਿਤੀ ਹੈ ਕਿ ਮੈਂ ਰਾਇਆਂ ਦੇਣੀਆਂ ਸਿੱਧੂ ਸਾਹਿਬ ਨੂੰ ਬੰਦ ਕਰਤੀਆਂ। ਉਹਨਾਂ ਨੇ ਪਹਿਲਾਂ ਇੱਕ ਪੋਸਟ ਪਾਈ, ਉਹਦੇ ਉੱਤੇ ਇਹ ਲਿਖਿਆ ਸੀ ਜੀ ਕਿ ਪੰਜਾਬ ਦੇ ਨਵੇਂ ਸਵੇਰੇ ਦੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਆ, ਸਾਡੇ ਰਾਜਨੀਤੀ ਦੇ ਵਿੱਚ ਬਹੁਤ ਸਾਰਾ ਗੰਧਲਾਪਣ ਆ ਗਿਆ। ਉਹਨਾਂ ਨੇ ਇਹ ਗੱਲਾਂ ਕੀਤੀਆਂ। ਬਾਅਦ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਈ ਮੈਂ ਸਨਮਾਨਜਨਕ ਤਰੀਕੇ ਦੇ ਨਾਲ, ਸਨਿਮਰ ਤਰੀਕੇ ਦੇ ਨਾਲ ਸਲਾਹਾਂ ਲੈਣ ਵਾਲੀ ਗੱਲ ਆ ਜਿਹੜੀ ਉਹ ਵਾਪਸ ਲੈਣਾ। ਜਦੋਂ ਚੈਨਲਾਂ ਦੇ ਉੱਤੇ ਖਬਰ ਚੱਲ ਗਈ ਕਿ ਉਹਨਾਂ ਨੇ ਅਸਤੀਫਾ ਦਿੱਤਾ, ਅਸਤੀਫਾ ਦਿੱਤਾ, ਅਸਤੀਫਾ ਦਿੱਤਾ, ਫਿਰ ਮਾਲੀ ਸਾਹਿਬ ਕਹਿੰਦੇ ਵੀ ਮੈਂ ਅਹੁਦਾ ਕਦੋਂ ਲਿਆ ਸੀ ਜਿਹੜਾ ਅਸਤੀਫਾ ਦਿੱਤਾ। ਮਤਲਬ ਇਹ ਆ ਵੀ ਉਹਨਾਂ ਵਾਸਤੇ ਸ਼ਬਦ ਇਹ ਵਰਤ ਗਏ ਕਿ ਮਾਲਵਿੰਦਰ ਸਿੰਘ ਮਾਲੀ ਨੇ ਰਾਇਆਂ ਦੇਣ ਦਾ ਕੰਮ ਬੰਦ ਕਰਤਾ। ਮਤਲਬ ਇਹਦਾ ਇਹੀ ਨਿਕਲਿਆ ਕਿਉਂਕਿ ਉਹ ਕਹਿੰਦੇ ਮੇਰੇ ਕੋਲ ਅਹੁਦਾ ਨਹੀਂ ਸੀ, ਫਿਰ ਅਸਤੀਫਾ ਕਾਹਦਾ, ਫਿਰ ਆਪਾਂ ਨੂੰ ਇਹ ਸ਼ਬਦ ਵਰਤਣਾ ਪਊਗਾ। ਪਰ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਬਿਆਨਾਂ ਕਰਕੇ, ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਦੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਹੋ ਗਈਆਂ ਸੀ, ਜਿਹਦੇ ਕਰਕੇ ਹਾਈ ਕਮਾਨ ਨੂੰ ਵੀ ਇਸ ਗੱਲ ਦਾ ਫਿਕਰ ਪੈ ਗਿਆ ਵੀ ਨਿੱਤ ਨਵੇਂ ਪੁਆੜੇ ਦੀ ਗੱਲ। ਪਹਿਲਾਂ ਇੱਕ ਪੁਆੜਾ ਨਹੀਂ ਸੀ ਨਿਬੜਦਾ, ਹੁਣ 3-4 ਨਾਲ ਹੋਰ ਖੜੇ ਕਰ ਲਏ ਆ। ਸੋ ਵਕਤ ਦੱਸੂਗਾ ਪੰਜਾਬ ਦੇ ਵਿੱਚ ਕਾਂਗਰਸ ਦਾ ਕੀ ਬਣਦਾ। ਲੋਕ ਵੀ ਸਾਨੂੰ ਫੋਨ ਕਰਕੇ ਪੁੱਛਦੇ ਕੀ ਬਣੂ। ਮੈਂ ਤਾਂ ਇੱਕੋ ਬੇਨਤੀ ਕਰਦਾ, ਭਰਾਵੋ ਆਪ ਦਾ ਫਿਕਰ ਕਰਿਆ ਕਰੋ ਵੀ ਤੁਹਾਡਾ ਕੀ ਬਣੂ। ਤੁਹਾਡੇ ਕੋਲੇ ਇਹੋ ਜਿਹੀਆਂ ਕਿਹੜੀਆਂ ਸੋਨੇ ਚਾਂਦੀ ਦੀਆਂ ਮੂਰਤੀਆਂ, ਤੁਹਾਡੇ ਕੋਲੇ ਕਿਹੜੇ ਹੀਰੇ ਜਵਾਹਰਾਤ ਆ
ਵੀ ਆਪਦੇ ਭਵਿੱਖ ਬਾਰੇ ਤੁਹਾਨੂੰ ਫਿਕਰ ਕੋਈ ਨਹੀਂ, ਤਾਂ ਸਿੱਧੂ ਦੇ ਭਵਿੱਖ ਬਾਰੇ ਫਿਕਰ ਹੈ, ਕੈਪਟਨ ਦੇ ਭਵਿੱਖ ਬਾਰੇ ਫਿਕਰ ਹੈ, ਫਲਾਣਾ ਕਿਵੇਂ ਮੁੱਖ ਮੰਤਰੀ ਬਣੂਗਾ ਇਹਦਾ ਫਿਕਰ ਹੈ। ਆਪਾਂ ਚਟਕਾਰੇ ਲੈਣੇ, ਸਵਾਦ ਲੈਣੇ ਬੰਦ ਕਰੀਏ ਤੇ ਆਪਦੇ ਭਵਿੱਖ ਦੇ ਬਾਰੇ, ਪੰਜਾਬ ਦੇ ਭਵਿੱਖ ਦੇ ਬਾਰੇ ਫਿਕਰ ਕਰੀਏ, ਆਪਦੀਆਂ ਨਸਲਾਂ ਦੇ ਭਵਿੱਖ ਬਾਰੇ ਫਿਕਰ ਕਰੀਏ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਖਤਮ ਨਹੀਂ ਹੋਇਆ, ਸਗੋਂ ਇਹ ਹੋਰ ਵੱਧਦਾ ਜਾ ਰਿਹਾ। ਕਿਉਂਕਿ ਕੁਝ ਵੀ ਹੋਵੇ, ਅੰਦਰ ਖਾਤੇ ਅਜੇ ਤੱਕ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਦੀਆਂ ਤਾਰਾਂ ਨਹੀਂ ਜੁੜੀਆਂ। ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਬਾਗੀ ਸੁਰਾਂ ਦੇ ਵਿੱਚ ਆਪਣੀ ਹੀ ਪਾਰਟੀ ਖਿਲਾਫ ਬੋਲਣ ਤੋਂ ਗੁਰੇਜ਼ ਨਹੀਂ ਕੀਤਾ। ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਲੰਘੇ ਕੱਲ੍ਹ ਕਿਹਾ ਕਿ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦਿਆਂਗਾ। ਮੈਂ ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ, ਫੈਸਲੇ ਲੈਣੇ ਪੈਣਗੇ। ਸਿੱਧੂ ਨੇ ਇੱਕ ਵਾਰ ਫਿਰ ਤੋਂ ਬਿਨਾਂ ਨਾਂ ਲਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੜਾਸ ਕੱਢੀ। ਸਿੱਧੂ ਨੇ ਬਿਜਲੀ ਦੀਆਂ ਕੀਮਤਾਂ ਤੇ ਸਵਾਲ ਖੜਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਿਰਾਸ਼ ਨੇ, ਬਿਜਲੀ 9 ਰੁਪਏ ਮਹਿੰਗੀ ਮਿਲਦੀ ਹੈ ਪਰ ਇਹ 3 ਰੁਪਏ ਯੂਨਿਟ ਮਿਲ ਸਕਦੀ ਹੈ। ਸਿੱਧੂ ਨੇ ਸਵਾਲ ਕੀਤਾ ਕਿ ਘਪਲੇ ਕੌਣ ਕਰ ਰਿਹਾ, ਵਾਈਟ ਪੇਪਰ ਕੌਣ ਨਹੀਂ ਲਿਆਉਂਦਾ ਚਾਹੁੰਦਾ। ਜੇ ਜਾਨ ਦੀ ਬਾਜ਼ੀ ਵੀ ਲਾਉਣੀ ਪਈ ਤਾਂ ਮੈਂ ਲਾ ਦਿਆਂਗਾ, ਪਰ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਾਵਾਂਗਾ। ਸਿੱਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰ ਚੁੱਕਾ ਕਿ ਜੇ 3 ਰੁਪਏ ਬਿਜਲੀ ਦੇਵਾਂਗੇ ਤਾਂ ਸ਼ਹਿਰਾਂ ਵਿੱਚ ਮੁੜ ਆਸ ਵੱਜੇਗੀ। ਨਵਜੋਤ ਸਿੰਘ ਸਿੱਧੂ ਬਿਨਾਂ ਨਾਂ ਲਏ ਕੈਪਟਨ ਨੂੰ ਲਲਕਾਰ ਗਏ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਆਪਣੇ ਖਾਸ ਮੰਤਰੀਆਂ ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਰੁੱਝੇ ਹੋਏ ਨੇ। ਕੈਪਟਨ ਨੇ ਆਪਣੇ ਖਾਸ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਦੇ ਵਿੱਚ ਪਰਸੋਂ ਰਾਤ ਡਿਨਰ ਕੀਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਸਿਆਸੀ ਤਾਕਤ ਦਿਖਾ ਰਹੇ ਸਨ ਤਾਂ ਸਿੱਧੂ ਹੋਰੀ ਇਹ ਗੱਲਾਂ ਕਹਿ ਰਹੇ ਸਨ ਕਿ ਝੂਠੀਆਂ ਸਹੁੰਆਂ ਮੈਂ ਨਹੀਂ ਖਾਂਦਾ। ਸਿੱਧੂ ਨੇ ਬੇਬਾਕੀ ਨਾਲ ਕਿਹਾ ਕਿ 1 ਲੱਖ ਪੋਸਟ ਭਰੀ ਨਹੀਂ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੇ ਗੱਲ ਤਾਂ ਅਸੀਂ ਕਹਾਂਗੇ ਬੇਸ਼ੱਕ ਨੇੜਤਾ ਬਣਾਉਣ ਦੀਆਂ ਕੋਸ਼ਿਸ਼ਾਂ ਹੋਣ, ਮੀਡੀਏ ਦੇ ਵਿੱਚ ਦਰਸਾਉਣ ਦੀਆਂ ਕੋਸ਼ਿਸ਼ਾਂ ਹੋਣ, ਪਰ ਇਹ ਨੇੜਤਾ ਬਣਦੀ ਨਹੀਂ। ਜ਼ਰਾ ਸੋਚ ਕੇ ਦੇਖੋ ਕਿ ਜਿਹੜੇ ਰਿਸ਼ਤੇ ਖਰਾਬ ਹੋ ਚੁੱਕੇ ਹੋਣ, ਭਾਵੇਂ ਕੁਰਸੀ ਨਾਲ ਕੁਰਸੀ ਢਾਹ ਦਿਓ, ਭਾਵੇਂ ਇੱਕੋ ਸੋਫੇ ਤੇ ਬਾ ਦਿਓ, ਭਾਵੇਂ ਇੱਕੋ ਮੰਜੇ ਤੇ ਬੈਠੇ ਰਹਿਣ, ਪਰ ਉਹ ਗੱਲ ਬਣਦੀ ਨਹੀਂ ਹੁੰਦੀ। ਆਪਾਂ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਲਾਗੂ ਕਰਕੇ ਦੇਖੋ ਗੱਲ, ਜਿਹਦੇ ਨਾਲ ਵੀ ਤੁਹਾਡੀ ਵਿਗੜੀ ਹੋਵੇ ਉਹਦੀ ਗੱਲ ਕਰਕੇ ਦੇਖੋ। ਤਾਂ ਸਾਡੇ ਆਪਦੇ ਮਸਲੇ ਹੁੰਦੇ ਤਾਂ ਪੰਜਾਬ ਦੇ ਮਸਲਿਆਂ ਦੀ ਗੱਲ ਹੋਣੀ ਚਾਹੀਦੀ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਨਵਜੋਤ ਸਿੰਘ ਸਿੱਧੂ ਕਾਲੇ ਕਦਮੀ ਚੱਲ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਸਿੱਧੂ ਸਾਹਿਬ ਦਾ ਧੜਾ ਥੋੜ੍ਹਾ ਜਿਹਾ ਪਤਲਾ ਪੈਂਦਾ ਪ੍ਰਤੀਤ ਹੁੰਦਾ, ਉਹਦੇ ਤੋਂ ਬਾਅਦ ਇਉਂ ਲੱਗਦਾ ਜੀ ਕਿ ਪੰਜਾਬ ਦੇ 3 ਤੋਂ ਲੈ ਕੇ 4 ਮੰਤਰੀ ਆਉਂਦੇ ਦਿਨਾਂ ਦੇ ਵਿੱਚ ਅਸਤੀਫਾ ਦੇ ਸਕਦੇ ਆ। ਭਵਿੱਖਬਾਣੀ ਇਹ ਹੋਈ ਹੈ, ਭਵਿੱਖਬਾਣੀ ਕੀਤੀ ਆ ਰਾਜਨੀਤਿਕ ਲੋਕਾਂ ਨੇ ਹੀ, ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ। ਇਧਰ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ, ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ। 58 ਦੇ ਕਰੀਬ ਵਿਧਾਇਕ, ਮੰਤਰੀ ਤੇ ਹੋਰ ਸੰਸਦ ਮੈਂਬਰ ਉਹਨਾਂ ਦੇ ਨਾਲ ਸੀ। 30 ਦੇ ਕਰੀਬ ਤਾਂ ਉਹ ਲੋਕ ਸੀ ਜਿਹੜੇ ਪਿਛਲੀ ਵਾਰ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਸੋਢੀ ਦੇ ਘਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਫੋਟੋ ਖਿਚਵਾ ਕੇ ਇਹ ਗੱਲ ਦੱਸੀ ਹੈ ਦੋਵੇਂ ਪਾਸੇ, ਹਾਈ ਕਮਾਨ ਨੂੰ ਵੀ ਤੇ ਸਿੱਧੂ ਗਰੁੱਪ ਨੂੰ ਵੀ, ਕਿ ਆਹ ਮੇਰੇ ਨਾਲ ਆ, ਇਹ ਕਾਂਗਰਸ ਤੋਂ ਉੱਪਰ ਉੱਠ ਕੇ ਮੇਰੇ ਨਾਲ ਆ, ਇਹ ਕਾਂਗਰਸ ਕਰਕੇ ਨਹੀਂ ਆ। ਸੋ ਹਾਈ ਕਮਾਨ ਨੂੰ ਸੁਨੇਹਾ ਦਿੱਤਾ ਕਿ ਮੇਰੀ ਸਰਕਾਰ ਸੁਰੱਖਿਅਤ ਆ, ਮੈਂ ਹੀ ਮੁੱਖ ਮੰਤਰੀ ਆ ਤੇ ਅਗਲੀ ਵਾਰ ਵੀ ਕਾਂਗਰਸ ਨੂੰ ਮੈਂ ਹੀ ਜਿਤਾ ਸਕਦਾ। ਇਧਰ ਨਵਜੋਤ ਸਿੰਘ ਸਿੱਧੂ ਧੜੇ ਨੂੰ ਵੀ ਸੁਨੇਹਾ ਦਿੱਤਾ ਕਿ ਭਾਈ ਤੁਸੀਂ ਜੋ ਮਰਜ਼ੀ ਕਰੀ ਜਾਓ, ਕੋਈ ਪਰਵਾਹ ਨਹੀਂ, ਕੋਈ ਖਤਰੇ ਵਾਲੀ ਗੱਲ ਹੈ ਨਹੀਂ। ਕਿਉਂਕਿ ਹਰੀਸ਼ ਰਾਵਤ 2 ਟੋਕੇ ਗੱਲ ਕਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਹਾਨੂੰ ਕਾਂਗਰਸ ਦੀ ਪ੍ਰਧਾਨਗੀ ਦੇ ਦਿੱਤੀ ਆ, ਹੁਣ ਇਸ ਤੋਂ ਵੱਧ ਤੁਹਾਡੀ ਕੀ ਮੰਨੀਏ, ਮਨਮਾਨੀਆਂ ਹੋਰ ਨਹੀਂ ਚੱਲਣਗੀਆਂ, ਤੁਹਾਨੂੰ ਸਮੁੱਚੀ ਕਾਂਗਰਸ ਨਹੀਂ ਸੌਂਪੀ। ਸੋ ਕਹਿਣ ਦਾ ਭਾਵ ਇਹ ਜੀ ਕਿ ਲਗਾਤਾਰ ਇਹੋ ਜਿਹੇ ਮਸਲੇ ਪੈਦਾ ਹੋ ਰਹੇ ਆ ਜਿਹਦੇ ਵੱਲ ਲੋਕ ਜਦੋਂ ਖਿਆਲ ਕਰਦੇ ਆ, ਕਈ ਤਰ੍ਹਾਂ ਦੇ ਸਵਾਲ ਕਰਦੇ ਆ। ਤੁਸੀਂ ਪੰਜਾਬ ਦੀ ਕਿਸੇ ਵੀ ਸੱਥ ਦੇ ਵਿੱਚ, ਕਿਸੇ ਵੀ ਪਾਰਕ ਦੇ ਵਿੱਚ ਚਲੇ ਜਾਓ, ਗੱਲਾਂ ਇਹੀ ਹੁੰਦੀਆਂ ਵੀ ਭਾਈ ਪੰਜਾਬ ਦੇ ਵਿੱਚ ਰਾਜਨੀਤੀ ਅੰਦਰ ਹੋਈ ਕੀ ਜਾਂਦਾ। ਜਿਹੜੀ ਇਹ ਲੜਾਈ ਝਗੜਾ, ਕਾਟੋ ਕਲੇਸ਼ ਆ, ਕੁਰਸੀ ਦੀ ਭੁੱਖ ਆ ਜਿਹੜੀ, ਉਹਦੇ ਨਾਲ ਪੰਜਾਬ ਤੇ ਪੰਜਾਬੀਅਤ ਦਾ ਜੇ ਤਾਂ ਕੋਈ ਫਾਇਦਾ ਹੈਗਾ ਤਾਂ ਇਹ ਜੰਗ ਹੋਰ ਤੇਜ਼ ਕਰ ਦੇਣੀ ਚਾਹੀਦੀ ਆ। ਪਰ ਜੇ ਫਾਇਦਾ ਨਹੀਂ ਤੇ ਆਪਦੀਆਂ ਕੁਰਸੀਆਂ ਦੀ ਖਿੱਚ ਤੇ ਆਪਾਂ ਕਿਹੜੀ ਗੱਲੋਂ ਲਾਈ ਲੱਗ ਬਣੇ ਆ, ਆਪਾਂ ਵੀ ਮਾੜਾ ਮੋਟਾ ਸੋਚੀਏ। ਸੋ ਪੰਜਾਬ ਦੇ ਲੋਕ ਆ ਜਿਹੜੇ, ਉਹ ਇਸ ਵਕਤ ਰਾਜਨੀਤਿਕ ਭੰਬਲ ਭੂਸੇ 'ਚ ਫਸੇ ਹੋਏ ਆ। ਇਸ ਵਕਤ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਧੁੰਦਲਾ ਹੋਇਆ ਪਿਆ। ਕੋਈ ਕਿਸੇ ਨੂੰ ਮਾੜਾ ਕਹੀ ਜਾਂਦਾ, ਉਹ ਕਿਸੇ ਨੂੰ ਮਾੜਾ ਕਹੀ ਜਾਂਦਾ, ਲੋਕ ਉਹਦੀ ਵੀ ਸੁਣ ਲੈਂਦੇ ਆ, ਉਹਦੀ ਵੀ ਸੁਣ ਲੈਂਦੇ ਆ। ਪਰ ਬਾਅਦ ਦੇ ਵਿੱਚ ਰਾਏ ਆਪਣੀ ਜ਼ਰੂਰ ਬਣਾਇਆ ਕਰੋ, ਸੁਣਿਆ ਭਾਵੇਂ ਸਭ ਦੀ ਕਰੋ। ਅਗਲੀ ਗੱਲ ਇਹ ਹੈ ਜੀ ਕਿ ਇਸ ਵਕਤ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਆਸ ਸੀ ਵੀ ਮੈਂ ਦਰਸ਼ਨੀ ਘੋੜਾ ਨਹੀਂ ਬਣ ਕੇ ਰਹਿਣਾ, ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲਣੀ ਚਾਹੀਦੀ ਹੈ, ਇਹ ਗੱਲਾਂ ਹੁਣ ਸਾਰੀਆਂ ਦੀਆਂ ਸਾਰੀਆਂ ਸਿੱਧੂ ਸਾਹਿਬ ਦੀਆਂ ਪੁੱਗਣ, ਇਸ ਗੱਲ ਦੀ ਆਸ ਨਹੀਂ ਹੈ। ਕਿਉਂਕਿ ਕਿਸੇ ਥਾਂ ਦੇ ਉੱਤੇ ਜਾ ਕੇ ਮੰਨਣੀ ਵੀ ਪੈਂਦੀ ਹੈ, ਕਿਸੇ ਥਾਂ 'ਤੇ ਜਾ ਕੇ ਮਨਾਉਣੀ ਵੀ ਪੈਂਦੀ ਹੈ। ਪਰ ਜੇਕਰ ਸਾਰੀਆਂ ਮੰਨੀਆਂ ਜਾਣ, ਇਹ ਗੱਲ ਹੀ ਲਾਗੂ ਕਰਨੀ ਪਵੇ, ਤਾਂ ਮੇਰਾ ਖਿਆਲ ਹੈ ਵੀ ਕਿਸੇ ਵੀ ਪਾਰਟੀ ਦੇ ਵਿੱਚ ਗੱਲ ਸਹੀ ਸਾਬਤ ਨਹੀਂ ਹੁੰਦੀ। ਉਸ ਤੋਂ ਅਗਲੀ ਤੇ ਮਹੱਤਵਪੂਰਨ ਗੱਲ ਇਹ ਹੈ ਵੀ ਜੋ ਮਾਲਵਿੰਦਰ ਮਾਲੀ ਦੇ ਵੱਲੋਂ ਕੱਲ੍ਹ ਅਸਤੀਫੇ ਦੀ ਗੱਲ ਸਾਹਮਣੇ ਆਈ, ਕਿਉਂਕਿ ਕਲੇਸ਼ ਬਹੁਤ ਵੱਧ ਗਿਆ ਸੀ। ਮਾਲੀ ਨੇ ਲੰਘੇ ਕੱਲ੍ਹ ਪੋਸਟ ਪਾਈ ਕਿ ਜੀ ਪੰਜਾਬ ਦੇ ਵਿੱਚ ਨਵੀਂ ਤਬਦੀਲੀ ਸਿੱਧੂ ਸਾਹਿਬ ਲਿਆਉਣੀ ਚਾਹੁੰਦੇ ਆ। ਰਾਜਨੀਤੀ ਦੇ ਵਿੱਚ ਗੰਧਲਾਪਣ ਇਹੋ ਜਿਹਾ ਕਿ ਦੋਸ਼ਾਂ ਦੀ ਵਾਛੜ ਬੜੀ ਹੁੰਦੀ ਹੈ।
ਉਹਨਾਂ ਨੇ ਲਿਖਿਆ ਜੀ ਕਿ ਮੈਂ ਸਨਿਮਰ ਤਰੀਕੇ ਦੇ ਨਾਲ ਸਲਾਹਕਾਰ ਦੀ ਬੇਨਤੀ ਵਾਪਸ ਲੈ ਰਿਹਾ ਜਾਂ ਸਲਾਹਕਾਰ ਜੋ ਸੀ ਉਹ ਵਾਪਸੀ ਲੈ ਰਿਹਾ। ਜਦੋਂ ਮੀਡੀਆ ਦੇ ਉੱਤੇ ਗੱਲ ਚੱਲੀ ਜੀ ਕਿ ਮਾਲੀ ਨੇ ਅਸਤੀਫਾ ਦਿੱਤਾ, ਮਾਲੀ ਨੇ ਅਸਤੀਫਾ ਦਿੱਤਾ, ਫਿਰ ਮਾਲੀ ਨੇ ਇੱਕ ਹੋਰ ਪੋਸਟ ਪਾਈ ਕਿ ਜੀ ਮੈਂ ਅਹੁਦੇਦਾਰ ਕਦੋਂ ਸੀ, ਮੈਂ ਅਹੁਦਾ ਲਿਆ ਕਦੋਂ ਸੀ ਜਿਹੜਾ ਮੈਂ ਅਸਤੀਫਾ ਦਿੱਤਾ। ਕਹਿਣ ਦਾ ਭਾਵ ਇਹ ਜੀ ਕਿ ਫਿਰ ਇਹ ਸ਼ਬਦ ਵਰਤ ਗਏ ਕਿ ਮਾਲਵਿੰਦਰ ਸਿੰਘ ਮਾਲੀ ਨੇ ਨਵਜੋਤ ਸਿੰਘ ਸਿੱਧੂ ਨੂੰ ਰਾਇਆਂ ਦੇਣ ਦਾ ਕੰਮ ਬੰਦ ਕਰਤਾ, ਫਿਰ ਇਹਦੇ ਲਈ ਤਾਂ ਇਹ ਸ਼ਬਦ ਢੁਕਵਾਂ ਹੋਊਗਾ। ਸੋ ਕਹਿਣ ਦਾ ਭਾਵ ਇਹ ਜੀ ਕਿ ਪੰਜਾਬ ਕਾਂਗਰਸ ਦੇ ਵਿੱਚ ਕੁਝ ਵੀ ਹਾਲੇ ਚੰਗਾ ਨਹੀਂ, ਪਰ ਉਹਦੇ ਤੋਂ ਪਹਿਲਾਂ ਇਹ ਗੱਲ ਕਹਿਣੀ ਬਣਦੀ ਆ ਕਿ ਪੰਜਾਬ ਦੇ ਵਿੱਚ ਵੀ ਕੁਝ ਚੰਗਾ ਨਹੀਂ। ਜਿਹੜੇ ਚੰਗੇ ਕੁਝ ਕੁ ਲੋਕ ਆ ਉਹਨਾਂ ਦੇ ਕਰਕੇ ਪੰਜਾਬ ਬਚਿਆ ਹੋਇਆ, ਨਹੀਂ ਤਾਂ ਤਮਾਸ਼ਬੀਨਾਂ ਦੇ ਕਰਕੇ ਤਾਂ ਪੰਜਾਬ ਦਾ ਪੱਠਾ ਬੈਠਿਆ। ਉਹਨਾਂ ਨੇ ਆਪ ਦਾ ਵੀ ਬਿਠਾਇਆ, ਵੈਸੇ ਝੋਲੀ ਚੱਕਾਂ ਦੀ ਵੀ ਘਾਟ ਕੋਈ ਨਹੀਂ, ਤੇ ਸੁਹਿਰਦ ਲੋਕ ਵੀ ਹੈਗੇ ਆ। ਸੁਹਿਰਦ ਲੋਕਾਂ ਨੂੰ ਸਲਾਮ ਆ, ਪਰ ਬੇਨਤੀ ਹੈ ਕਿ ਵੋਟਾਂ ਪਾਉਣ ਤੋਂ ਪਹਿਲਾਂ ਸੋਚੋ ਜ਼ਰੂਰ, ਇਹ ਜ਼ਰੂਰ ਸੋਚੋ ਵੀ ਜਿਹਨੂੰ ਵੀ ਤੁਸੀਂ ਚੁਣਿਆ ਉਹਨੇ ਤੁਹਾਡੇ ਹਲਕੇ ਲਈ ਕਿਹੜਾ ਕੰਮ ਕੀਤਾ, ਤੇ ਜੇਕਰ ਤੁਹਾਨੂੰ ਲੱਗੇ ਕਿ ਇਹਨੇ ਕੰਮ ਨਹੀਂ ਕੀਤਾ, ਤੇ ਭਾਵੇਂ ਤੁਹਾਡਾ ਦਾਦਾ ਵੀ ਉਸ ਪਾਰਟੀ ਨਾਲ ਜੁੜਿਆ ਰਿਹਾ ਹੋਵੇ, ਭਾਵੇਂ ਬਾਬਾ ਜੁੜਿਆ ਰਿਹਾ ਹੋਵੇ, ਭਾਵੇਂ ਬਾਪੂ ਜੀ ਵੀ ਹੋਣ, ਐਤਕੀ ਮਾੜਾ ਜਿਹਾ ਗੁਰੇਜ਼ ਕਰਿਓ, ਚੰਗਿਆਂ ਨੂੰ ਚੁਣਿਓ, ਪਾਰਟੀ ਵਿਸ਼ੇਸ਼ ਤੋਂ ਵੱਧ ਬੰਦੇ ਦੇ ਵੱਲ ਖਿਆਲ ਕਰਿਓ। ਸਾਡੀ ਕਿਸੇ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤੀ ਨਹੀਂ ਹੋ ਸਕਦੀ, ਅਸੀਂ ਕਿਸੇ ਦੇ ਨਾਲ ਮਤਭੇਦ ਵੀ ਰੱਖ ਸਕਦੇ ਹਾਂ, ਮੇਰੇ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਈਆਂ ਦੇ ਨਾਲ ਹੋਣਗੇ, ਪਰ ਮੈਂ ਅੱਜ ਤੱਕ ਕਿਸੇ ਦੇ ਲਈ ਟਿੱਪਣੀ ਗੰਦੀ ਨਹੀਂ ਕੀਤੀ। ਮੈਨੂੰ ਉਹ ਗੱਲ ਹਮੇਸ਼ਾ ਚੰਗੀ ਲੱਗਦੀ ਆ, ਉਹ ਲੋਕ ਹਮੇਸ਼ਾ ਚੰਗੇ ਲੱਗਦੇ ਆ ਜਿਹੜੇ ਵਿਚਾਰਧਾਰਕ ਮਤਭੇਦ ਦੱਸਦੇ ਵੀ ਆ, ਪਰ ਜ਼ਾਬਤੇ ਦੇ ਵਿੱਚ ਰਹਿ ਕੇ, ਮਰਿਆਦਾ ਦੇ ਵਿੱਚ ਰਹਿ ਕੇ, ਤੇ ਮਰਿਆਦਾ ਵਿੱਚ ਉਹ ਲੋਕ ਰਹਿੰਦੇ ਜਿਨ੍ਹਾਂ ਦੇ ਕੋਲੇ ਸ਼ਬਦਾਂ ਦਾ ਭੰਡਾਰ ਆ। ਤੁਸੀਂ ਹੋ ਸਕਦਾ ਅਕਾਲੀ ਦਲ ਦੇ ਖਿਲਾਫ ਹੋਵੋ, ਤੁਸੀਂ ਹੋ ਸਕਦਾ ਕਿਸੇ ਪੱਤਰਕਾਰ ਦੇ ਖਿਲਾਫ ਹੋਵੋ, ਤੁਸੀਂ ਹੋ ਸਕਦਾ ਕਿਸੇ ਗਾਉਣ ਵਾਲੇ ਦੇ ਖਿਲਾਫ ਹੋਵੋ, ਤੁਸੀਂ ਹੋ ਸਕਦਾ ਕਿਸੇ ਰਿਸ਼ਤੇਦਾਰ ਦੇ ਗਲੀ ਗੁਆਂਢ ਦੇ ਖਿਲਾਫ ਹੋਵੋ, ਤੁਸੀਂ ਹੋ ਸਕਦਾ ਕਿਸੇ ਡੇਰੇਦਾਰ ਦੇ ਖਿਲਾਫ ਹੋਵੋ, ਪਰ ਖਿਲਾਫਤ ਦਾ ਮਤਲਬ ਇਹ ਨਹੀਂ ਕਿ ਉਹਨੂੰ ਭੈਣਾਂ ਦੀਆਂ ਗਾਲਾਂ ਕੱਢੀ ਜਾਓ, ਉਹਦੀ ਧੀ ਭੈਣ ਇੱਕ ਕਰ ਦਿਓ। ਜਿਹੜੇ ਲੋਕ ਇੱਦਾਂ ਦੀ ਵਰਤੋਂ ਕਰਦੇ ਆ ਸ਼ਬਦਾਵਲੀ ਦੀ, ਕਮੈਂਟਬਾਜ਼ੀ ਕਰਦੇ ਆ, ਪੋਸਟਾਂ ਪਾਉਂਦੇ ਆ, ਅਵਾ ਤਵਾ ਬੋਲਦੇ ਆ, ਉਹਨਾਂ ਦੇ ਪਿੜ ਪੱਲੇ ਕੱਖ ਨਹੀਂ ਹੁੰਦਾ ਗਾ, ਉਹ ਫੋਕੇ ਫੈਰੀ ਆ, ਉਹ ਇਹਨਾਂ ਗੱਲਾਂ ਦੇ ਵਿੱਚ ਹੀ ਫਸੇ ਰਹਿੰਦੇ ਆ। ਉਹਨਾਂ ਦਾ ਆਪਦਾ ਕੋਈ ਵਜੂਦ ਨਹੀਂ, ਫੇਕ ਆਈਡੀਆਂ ਬਣਾ ਕੇ ਉਹ ਆਪਦੀ ਭੜਾਸ ਕੱਢੀ ਜਾਂਦੇ ਆ। ਬਸ ਉਹਨਾਂ ਦਾ ਪੰਜਾਬ ਦੇ ਵਿੱਚ ਦੇਸ਼ 'ਚ ਇੰਨਾ ਕੀ ਯੋਗਦਾਨ ਆ, ਪਰ ਜਿਹੜਾ ਬੰਦਾ ਪੜੂਗਾ, ਜਿਹਦੇ ਕੋਲੇ ਸ਼ਬਦਾਂ ਦਾ ਭੰਡਾਰ ਆ, ਉਹ ਬੰਦਾ ਸਹੀ ਸ਼ਬਦਾਵਲੀ ਨਾਲ ਆਪਣਾ ਵਿਰੋਧ ਦਰਜ ਕਰਵਾਊਗਾ, ਤਰਕ ਦੇਊਗਾ। ਇਉਂ ਨਹੀਂ ਵੀ ਐਂ ਹੀ ਹੁੰਦਾ ਜੀ ਤਾਂ ਅਸੀਂ ਐਂ ਹੀ ਕਰਦੇ ਹੁੰਦੇ ਆ। ਮੈਨੂੰ ਉਦੋਂ ਬੜਾ ਦੁੱਖ ਹੁੰਦਾ, ਕੋਈ ਬਲਵੀਰ ਸਿੰਘ ਰਾਜੇਵਾਲ ਨੂੰ ਗਾਲਾਂ ਕੱਢ ਰਿਹਾ, ਕੋਈ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੱਢੀ ਜਾਂਦਾ, ਕੋਈ ਸੁਖਬੀਰ ਸਿੰਘ ਬਾਦਲ ਨੂੰ ਕੱਢੀ ਜਾਂਦਾ, ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਕੱਢਦਾ, ਕੋਈ ਸਿੱਧੂ ਹੋਰਾਂ ਨੂੰ ਕੱਢਦਾ, ਪਰ ਇਹ ਗੱਲਾਂ ਕੋਈ ਚੰਗਾ ਥੋੜ੍ਹੀ ਆ। ਤੁਹਾਡੀਆਂ ਗਾਲਾਂ ਦੇ ਨਾਲ ਕਿਸੇ ਦਾ ਕੀ ਵਿਗੜਦਾ? ਇਸ ਕਰਕੇ ਮੇਰੇ ਤੇ ਵੀ ਗੱਲ ਲਾਗੂ ਹੁੰਦੀ, ਸਭ ਤੇ ਲਾਗੂ ਹੁੰਦੀ ਹੈ। ਇਹ ਗੱਲਾਂ ਮੈਂ ਤਾਂ ਕਰ ਰਿਹਾ ਕਿਉਂਕਿ ਗੁਰਦਾਸ ਮਾਨ ਨੂੰ ਵੀ ਗਾਲਾਂ ਬਹੁਤ ਮਿਲ ਰਹੀਆਂ। ਗੁਰਦਾਸ ਮਾਨ ਨੇ ਗਲਤੀ ਕੀਤੀ, ਬਿਲਕੁਲ ਸਹੀ ਗੱਲ ਹੈ ਇਹ। ਗੁਰਦਾਸ ਮਾਨ ਨੇ ਮਾਫੀ ਮੰਗ ਲਈ, ਅਸੀਂ ਮਾਫੀ ਕਬੂਲ ਕਰਨੀ ਹੈ ਨਹੀਂ ਕਰਨੀ ਇਹ ਸਾਡੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਗੁਰਦਾਸ ਮਾਨ ਨੇ ਬੱਤੀ ਵਾਲੀ ਗਲਤੀ ਕੀਤੀ ਸੀ ਕਹਿਣ ਵਾਲੀ, ਇਹ ਵੀ ਬਿਲਕੁਲ ਗਲਤ ਗੱਲ ਸੀ। ਗੁਰਦਾਸ ਮਾਨ ਨੇ ਪੰਜਾਬੀ ਹਿੰਦੀ ਬੋਲੀ ਦੀ ਗੱਲ ਕੀਤੀ, ਉਹ ਵੀ ਮੈਂ ਬਿਲਕੁਲ ਗਲਤ ਮੰਨਦਾ, ਕਿਉਂਕਿ ਮਾਂ ਬੋਲੀ ਸਾਡੀ ਪੰਜਾਬੀ ਹੈ ਤੇ ਪੰਜਾਬੀ ਹੀ ਰਹਿਣੀ ਚਾਹੀਦੀ ਆ। ਪਰ ਜੇਕਰ ਅਸੀਂ ਗੁਰਦਾਸ ਮਾਨ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਏ, ਇਹ ਵੀ ਕਿਹੜੀ ਸਿਆਣਪ ਵਾਲੀ ਗੱਲ ਆ। ਉਹਨਾਂ ਲੋਕਾਂ ਦਾ ਵੀ ਤਾਂ ਕੋਈ ਯੋਗਦਾਨ ਨਹੀਂ ਜਿਹਨਾਂ ਨੂੰ ਗਾਲਾਂ ਤੋਂ ਬਿਨਾਂ ਆਉਂਦਾ ਕੁਛ ਨਹੀਂਗਾ। ਸੋ ਹੁਣ ਇਹ ਗਾਲਾਂ ਰਾਜਾ ਵੜਿੰਗ ਨੂੰ ਕਈ ਲੋਕ ਕੱਢ ਰਹੇ ਆ। ਫਿਰ ਉੱਥੇ ਗੱਲ ਆ ਗਈ ਸਾਡੀ ਕੋਈ ਪਾਰਟੀ ਨਹੀਂ, ਪਰ ਰਾਜਾ ਵੜਿੰਗ ਨੂੰ ਗਾਲਾਂ ਕੱਢ ਕੇ ਅਸੀਂ ਕਿਹੜੀ ਮੱਲ ਮਾਰ ਲਾਂਗੇ। ਤਹਿਜ਼ੀਬ ਦੇ ਵਿੱਚ ਰਹਿਣਾ ਚਾਹੀਦਾ, ਮਰਿਆਦਾ ਵਿੱਚ ਰਹਿਣਾ ਚਾਹੀਦਾ, ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਤੁਹਾਡੇ ਸਵਾਲਾਂ ਦੇ ਵਿੱਚ ਇੰਨਾ ਤਿੱਖਾਪਣ, ਤੁਹਾਡੇ ਸਵਾਲਾਂ ਦੇ ਵਿੱਚ ਇਹੋ ਜਿਹੇ ਤਰਕ ਹੋਣੇ ਚਾਹੀਦੇ ਆ ਕਿ ਮੂਹਰਲੇ ਨੂੰ ਉੱਤਰ ਨਾ ਆਵੇ। ਰਾਜਾ ਵੜਿੰਗ ਨੇ ਲੰਘੇ ਕੱਲ੍ਹ ਗੁਰਦਾਸ ਮਾਨ ਦੀਆਂ ਸਿਫਤਾਂ ਦੇ ਪੁਲ ਬੰਨੇ ਆ। ਉਹਨਾਂ ਨੇ ਕਿਹਾ ਜੀ ਕਿ ਗੁਰਦਾਸ ਮਾਨ ਨੇ ਬਹੁਤ ਕੰਮ ਕੀਤੇ ਆ, ਬਹੁਤ ਚੰਗੇ ਕੰਮ ਵੀ ਕੀਤੇ ਆ, ਚੰਗਾ ਗਾਇਆ ਉਹਨੇ, ਪਰ ਜੇਕਰ ਉਹਨੇ ਗਲਤੀ ਕੀਤੀ ਆ ਉਹਨੇ ਮਾਫੀ ਮੰਗ ਲਈ। ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਦੇ ਦਬਾਅ ਦੇ ਹੇਠਾਂ ਆ ਕੇ ਪੁਲਿਸ ਨੂੰ ਪਰਚਾ ਦਰਜ ਕਰਨਾ ਪਵੇ। ਸੋ ਉਹਦੀ ਇਹ ਰਾਏ ਆ, ਉਹਦੇ ਨਾਲ ਅਸਹਿਮਤੀ ਪ੍ਰਗਟ ਹੋ ਸਕਦੀ ਹੈ, ਪਰ ਗਾਲਾਂ ਨਹੀਂ। ਸੋ ਆਉਂਦੇ ਸਮੇਂ ਦੇ ਵਿੱਚ ਕੀ ਇਹ ਮਾਮਲਾ ਹੋਰ ਮੋੜ ਕੱਟੂਗਾ, ਇਹ ਵਕਤ ਬਿਆਨ ਕਰੂਗਾ। ਪਰ ਰਾਜਾ ਵੜਿੰਗ ਨੇ ਇੱਕ ਵਾਰ ਨਵਾਂ ਵਿਵਾਦ ਜ਼ਰੂਰ ਸਹੇੜ ਲਿਆ। ਲੋਕ ਬਹੁਤ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਗੁਰਦਾਸ ਮਾਨ ਦੇ ਉੱਤੇ ਪਰਚੇ ਮਗਰੋਂ ਰਾਜਾ ਵੜਿੰਗ ਨੇ ਮਾਫੀ ਮੰਗੀ ਹੈ ਤੇ ਇਹ ਗੱਲ ਕਹੀ ਆ ਕਿ ਅਸੀਂ ਕੇਸ ਰੱਦ ਕਰਵਾਵਾਂਗੇ। ਗੁਰਦਾਸ ਮਾਨ ਦੇ ਖਿਲਾਫ ਪਰਸੋਂ ਨਕੋਦਰ ਸਿਟੀ ਥਾਣੇ ਦੇ ਵਿੱਚ 295 ਏ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਉਹਦੇ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਹੋਇਆ, ਜਿਹਦੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਸਖਤ ਨਿੰਦਿਆ ਕੀਤੀ ਹੈ। ਗਿੱਦੜਬਾਹਾ ਤੋਂ ਵਿਧਾਇਕ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ, ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਲਈ ਬਹੁਤ ਕੰਮ ਕੀਤਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੂੰ ਪਹੁੰਚਾਉਣ ਦੇ ਲਈ ਗੁਰਦਾਸ ਮਾਨ ਦਾ ਬਹੁਤ ਵੱਡਾ ਹੱਥ ਹੈ। ਗੁਰਦਾਸ ਮਾਨ ਨੇ ਮਾਫੀ ਵੀ ਮੰਗ ਲਈ, ਪਰ ਫਿਰ ਵੀ ਕੁਝ ਲੋਕਾਂ ਨੇ ਪਰਚਾ ਦਰਜ ਕਰਵਾਇਆ। ਗੁਰੂ ਨੇ ਸਾਨੂੰ ਸਿਖਾਇਆ ਕਿ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ, ਪਰ ਤੁਸੀਂ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਵੜਿੰਗ ਨੇ ਕਿਹਾ, ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ। ਮੈਂ ਗੁਰਦਾਸ ਮਾਨ ਜੀ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਦਾ ਕਿ ਤੁਹਾਡੇ ਉੱਤੇ ਪਰਚਾ ਦਰਜ ਹੋਇਆ,
ਇਹ ਹੋਣਾ ਨਹੀਂ ਸੀ ਚਾਹੀਦਾ। ਮੈਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ। ਦਰਅਸਲ ਨਕੋਦਰ ਦੇ ਇੱਕ ਮੇਲੇ ਦੇ ਵਿੱਚ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਰਕੇ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਜਾ ਵੜਿੰਗ ਦਾ ਜਿਹੜਾ ਅਸੀਂ ਅਤੀਤ ਵੇਖਦੇ ਹਾਂ, ਕਈ ਵਾਰ ਉਹਨਾਂ ਨੇ ਵੱਖ-ਵੱਖ ਕਿਸਮ ਦੇ ਬਿਆਨ ਦੇ ਕੇ ਵਿਵਾਦ ਵੀ ਸਹੇੜੇ ਆ। ਪਰ ਦੂਜੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਪੱਖ ਦੇ ਵਿੱਚ ਭੁਗਤਣ ਦਾ ਮਤਲਬ ਹੈ ਜਿਹੜਾ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਜੀ ਕਿ ਉਹਨੇ ਪਰ ਗੁਰਦਾਸ ਮਾਨ ਦੇ ਪੱਖ ਦੇ ਵਿੱਚ ਭੁਗਤਣਾ ਇਹ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ ਤੇ ਰਾਏ ਸਭ ਦੀ ਆਪੋ ਆਪਣੀ ਆ। ਮੇਰੀ ਜ਼ਾਤੀ ਰਾਏ ਇਹ ਆ ਵੀ ਗੁਰਦਾਸ ਮਾਨ ਵਰਗੇ ਲੋਕ ਜਿਨ੍ਹਾਂ ਤੇ ਪੰਜਾਬੀਆਂ ਨੂੰ ਬਹੁਤ ਮਾਣ ਹੋਵੇ ਤੇ ਪੰਜਾਬੀਆਂ ਨੇ ਜਿਨ੍ਹਾਂ ਨੂੰ ਬਾਬਾ ਬਣਾ ਕੇ ਰੱਖ ਦਿੱਤਾ ਹੋਵੇ ਤੇ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਿਹਾ ਹੋਵੇ, ਉਹਦੇ ਉੱਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਕਿ ਉਹਨੇ ਤੋਲ ਕੇ ਬੋਲਣਾ। ਇਹ ਗੱਲ ਵੈਸੇ ਤਾਂ ਸਭ ਦੇ ਉੱਤੇ ਲਾਗੂ ਹੁੰਦੀ ਹੈ, ਪਰ ਜਿਹੜੇ ਬੰਦੇ ਦੀ ਜਿੰਨੀ ਵੱਧ ਮਸ਼ਹੂਰੀ ਉਸ ਬੰਦੇ ਦੀ ਬਦਨਾਮੀ ਵੀ ਓਨੀ ਵੱਧ ਹੋਣੀ ਹੈ ਤੇ ਇਹ ਹੁੰਦੀ ਆਈ ਹੈ। ਜਿਹੜਾ ਵੀ ਬੰਦਾ ਤੋਲ ਕੇ ਨਾ ਬੋਲੂਗਾ ਉਹਦੀ ਹੁੰਦੀ ਹੀ ਆਈ ਹੈ ਤੇ ਹੁੰਦੀ ਹੀ ਰਹਿਣੀ ਹੈ। ਗੁਰਦਾਸ ਮਾਨ ਨੇ ਚਾਰੇ ਪਾਸੇ ਘੇਰਾ ਪੈਂਦਾ ਵੇਖ ਕੇ ਤਾਂ ਮਾਫੀ ਵੀ ਮੰਗੀ, ਪਰ ਸਿੱਖ ਜਥੇਬੰਦੀਆਂ ਨੇ ਮਾਫੀ ਦੇਣ ਤੋਂ ਇਨਕਾਰ ਕੀਤਾ ਤੇ ਪੁਲਿਸ ਆ ਜਿਹੜੀ ਨਕੋਦਰ ਦੀ ਥਾਣਾ ਜਿਹੜਾ ਉੱਥੋਂ ਦੇ ਜੋ ਪੁਲਿਸ ਮੁਖੀ ਆ ਉਹਨਾਂ ਦੇ ਤੇ ਉੱਥੋਂ ਦੇ ਇੰਚਾਰਜ ਦੇ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ। ਹੁਣ ਗੁਰਦਾਸ ਮਾਨ ਦੀ ਮੁਸ਼ਕਲ ਦੇ ਵਿੱਚ ਤਾਂ ਵਾਧਾ ਹੋਇਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਕੱਲ੍ਹ ਨੂੰ ਕੀ ਨਤੀਜਾ ਨਿਕਲਦਾ, ਜ਼ਮਾਨਤ ਦੀ ਗੱਲ ਹੁੰਦੀ ਆ, ਕੇਸ ਚੱਲਦਾ, ਕੇਸ ਰੱਦ ਹੁੰਦਾ, ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ। ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਵੀ ਜਿਹਨੂੰ ਅਸੀਂ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਹਿੰਦੇ ਆ, ਉਹਦੇ ਉੱਤੇ ਤੋਲ ਕੇ ਨਾ ਬੋਲਣ ਦਾ ਤੇ ਗੁਰੂ ਸਾਹਿਬ ਦੇ ਅੰਸ਼ ਦੇ ਵਿੱਚੋਂ ਭੱਲਾ ਪਰਿਵਾਰ ਦੀ ਗੱਲ ਕਰਕੇ ਤੇ ਡੇਰੇ ਦੇ ਸਾਈਂ ਦੀ ਤੁਲਨਾ ਕਰਨ ਦਾ ਪਰਚਾ ਦਰਜ ਹੋਇਆ। ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਹ ਕੋਈ ਛੋਟੀ ਗੱਲ ਨਹੀਂ। ਜੇ ਆਪਾਂ ਦੇਖੀਏ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ। ਪਰ ਰਾਜਾ ਵੜਿੰਗ ਦੇ ਵੱਲੋਂ ਸਿਫਤ ਕਰਨੀ ਤੇ ਰਾਜਾ ਵੜਿੰਗ ਦੇ ਵੱਲੋਂ ਇਹ ਕਹਿਣਾ ਵੀ ਜੇਕਰ ਕਿਸੇ ਨੇ ਮਾਫੀ ਵੀ ਮੰਗ ਲਈ ਤਾਂ ਦਬਾਅ ਦੇ ਤਹਿਤ ਇਕੱਠ ਦੇ ਕਰਕੇ ਪੁਲਿਸ ਦਾ ਪਰਚਾ ਦਰਜ ਕਰਨਾ ਗਲਤ ਹੈ। ਇਹਦੇ ਉੱਤੇ ਲੋਕਾਂ ਨੂੰ ਬਹੁਤ ਵੱਡਾ ਇਤਰਾਜ਼ ਹੋਇਆ। ਸੋ ਮੈਨੂੰ ਲੱਗਦਾ ਜੀ ਕਿ ਰਾਜਾ ਵੜਿੰਗ ਦਾ ਵੀ ਹੁਣ ਵਿਰੋਧ ਕਰਨਗੀਆਂ ਕਈ ਜਥੇਬੰਦੀਆਂ। ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਵੀ ਇਹ ਗੱਲ ਕਹੀ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਗੁਰਦਾਸ ਮਾਨ ਨੇ ਜੋ ਅਤੀਤ ਦੇ ਵਿੱਚ ਕੰਮ ਕੀਤੇ ਆ ਪੰਜਾਬੀ ਬੋਲੀ ਲਈ, ਜੋ ਗੀਤ ਗਾਏ ਆ, ਉਹ ਵੀ ਚੇਤੇ ਰੱਖਣੇ ਚਾਹੀਦੇ ਆ। ਸਾਨੂੰ ਕਿਸੇ ਦੀ ਇੰਨੀ ਬਦਖੋਹੀ ਨਹੀਂ ਕਰਨੀ ਚਾਹੀਦੀ ਕੋਈ ਡਿਪਰੈਸ਼ਨ 'ਚ ਚਲਾ ਜਾਵੇ। ਸਾਨੂੰ ਚੇਤੇ ਰੱਖਣਾ ਚਾਹੀਦਾ ਗੁਰੂ ਸਾਹਿਬ ਦੇ ਨਾਲ ਕਿਸੇ ਦੀ ਤੁਲਨਾ ਨਹੀਂ ਕਰਨੀ ਚਾਹੀਦੀ, ਪਰ ਅਸੀਂ ਗੁਰਦਾਸ ਮਾਨ ਨੂੰ ਇੰਨਾ ਵੀ ਨਾ ਨਿੰਦਗੇ। ਸੋ ਲੋਕਾਂ ਦੀ ਆਪੋ ਆਪਣੀ ਰਾਏ ਆ। ਰਾਜਨੀਤਿਕ ਲੋਕ ਹੋਣ ਜਾਂ ਅਸੀਂ ਆਮ ਲੋਕ ਹੋਈਏ, ਆਮ ਸਰੋਤੇ ਹੋਈਏ, ਆਪੋ ਆਪਣੀ ਰਾਏ ਆ। ਪਰ ਗੁਰਦਾਸ ਮਾਨ ਨੂੰ ਤੋਲ ਕੇ ਬੋਲਣਾ ਹੀ ਚਾਹੀਦਾ। ਗੁਰਦਾਸ ਮਾਨ ਨੂੰ ਸੋਚਣਾ ਚਾਹੀਦਾ ਕਿ ਉਮਰ ਦੇ ਇਸ ਪੜਾਅ ਦੇ ਉੱਤੇ ਮੇਰੀ ਇੰਨੀ ਕਿਉਂ ਬਦਖੋਹੀ ਹੋ ਰਹੀ ਹੈ। ਸਾਰੇ ਤੋਲ ਕੇ ਬੋਲਣ। ਜੇ ਕੋਈ ਨਵਾਂ ਮੁੰਡਾ ਖੁੰਡਾ ਹੋਵੇ ਉਹਦੇ ਬਾਰੇ ਕਹਿ ਦਿੱਤਾ ਜਾਂਦਾ ਵੀ ਚਲੋ ਜੋਸ਼ ਹੈ ਜਵਾਨੀ ਦਾ, ਇਹ ਕੁਛ ਵੀ ਬੋਲੀ ਜਾਂਦਾ, ਅਵਾ ਤਵਾ ਬੋਲੀ ਜਾਂਦਾ, ਫਜ਼ੂਲ ਕਿਸਮ ਦਾ। ਪਰ ਚੰਗੇ ਕਲਾਕਾਰਾਂ ਤੋਂ, ਮੰਝੇ ਹੋਏ ਕਲਾਕਾਰਾਂ ਤੋਂ ਸਾਨੂੰ ਇਸ ਗੱਲ ਦੀ ਆਸ ਨਹੀਂ ਹੁੰਦੀ। ਸੋ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਬਿਆਨ, ਪੂਰਿਆ ਗਿਆ ਪੱਖ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਇੱਕ ਨਵਾਂ ਵਿਵਾਦ ਲੈ ਕੇ ਆਵੇ। ਭਗਵੰਤ ਮਾਨ ਦੀ ਭੇਦ ਭਰੀ ਚੁੱਪ ਦੇ ਬਾਰੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਕਿ ਭਗਵੰਤ ਮਾਨ ਚੁੱਪ ਕਿਉਂ ਆ। ਭਗਵੰਤ ਮਾਨ ਜਿਹੜੇ ਕਿ ਪੰਜਾਬ ਦੀ ਰਾਜਨੀਤੀ ਵਿੱਚ ਹਮੇਸ਼ਾ ਸਰਗਰਮ ਰਹਿੰਦੇ ਆ, ਉਹਨਾਂ ਦੀ ਇਸ ਤਰ੍ਹਾਂ ਦੀ ਚੁੱਪ ਆ ਜਿਹੜੀ ਉਹ ਬਹੁਤ ਵੱਡੇ ਵੱਡੇ ਸਵਾਲ ਖੜੇ ਕਰ ਰਹੀ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਪਈ ਹੈ ਵੀ ਕੀ ਭਗਵੰਤ ਮਾਨ ਨੂੰ ਨੁਕਰੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਜਰੀਵਾਲ ਦੇ ਵੱਲੋਂ। ਜਿਸ ਤਰੀਕੇ ਦੇ ਨਾਲ ਕਦੇ SP ਸਿੰਘ ਉਬਰਾਏ ਦੇ ਉੱਤੇ ਡੋਰੇ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਮੁੱਖ ਮੰਤਰੀ ਚਿਹਰੇ ਦੇ, ਕਦੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਵੱਲ ਝੁਕਾਅ ਹੁੰਦਾ, ਕਦੇ ਬਲਵੀਰ ਸਿੰਘ ਰਾਜੇਵਾਲ ਦੇ ਵੱਲ ਹੁੰਦਾ, ਕਦੇ ਸੋਨੂ ਸੂਦ ਦੇ ਨਾਲ ਮੀਟਿੰਗਾਂ ਹੁੰਦੀਆਂ, ਕਦੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਜਾਂਦਾ ਹੈ। ਕਿਤੇ ਇਹ ਤਾਂ ਨਹੀਂ ਵੀ ਭਗਵੰਤ ਮਾਨ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ CM ਕੈਂਡੀਡੇਟ ਬਣਾਉਣ ਦੇ ਚਾਹਵਾਨ ਕੇਜਰੀਵਾਲ। ਤੇ ਜੇਕਰ ਇੱਦਾਂ ਹੋ ਜਾਂਦਾ ਤਾਂ ਫਿਰ ਆਮ ਆਦਮੀ ਪਾਰਟੀ ਕੀ ਆਉਂਦੇ ਸਮੇਂ 'ਚ ਪੰਜਾਬ 'ਚ ਜਿੱਤੂ ਜਾਂ ਫਿਰ ਨਹੀਂ। ਸਭ ਦੇ ਆਪੋ ਆਪਣੇ ਇਸ ਮਸਲੇ 'ਤੇ ਵੀ ਵਿਚਾਰ ਆ। ਸਾਡੀ ਕਿਸੇ ਪਾਰਟੀ ਨਾਲ ਨੇੜਤਾ ਨਹੀਂ। ਮੈਂ ਇਹ ਗੱਲ ਵਾਰ-ਵਾਰ ਇਸ ਕਰਕੇ ਦੁਹਰਾ ਰਿਹਾ ਕਿਉਂਕਿ ਬੁੱਧੀਜੀਵੀ ਲੋਕ ਆ ਜਿਹੜੇ ਕੋਈ ਵੀ ਇਹ ਗੱਲ ਕਹਿ ਸਕਦੇ ਆ ਕਿ ਲਓ ਜੀ ਇਹ ਤਾਂ ਅਹੁਦੇ ਹਨ, ਪਰ ਜੋ ਦਿਸ ਰਿਹਾ ਉਹਦੀ ਗੱਲ ਜ਼ਰੂਰ ਕਰਨੀ ਚਾਹੀਦੀ, ਨਹੀਂ ਤਾਂ ਆਪਾਂ ਗੋਦੀ ਮੀਡੀਆ ਵਰਗੇ ਵੱਜਾਂਗੇ। ਸੱਚ ਨੂੰ ਸਹਿਣਾ ਤੇ ਸੱਚ ਨੂੰ ਕਹਿਣਾ, ਇਹ ਦੋਨੋਂ ਗੱਲਾਂ ਬੜੀਆਂ ਜ਼ਰੂਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਭਗਵੰਤ ਮਾਨ ਦੀ ਚੁੱਪ ਦੇ ਉੱਤੇ ਕਿਹੜੇ ਸਵਾਲ ਉੱਠ ਰਹੇ ਤੇ ਫਿਰ ਕਰਾਂਗੇ ਟਿੱਪਣੀ। ਭਗਵੰਤ ਮਾਨ ਦੀ ਚੁੱਪ ਨੇ ਕਈ ਤਰ੍ਹਾਂ ਦੇ ਨਵੇਂ ਸਵਾਲ ਪੈਦਾ ਕਰ ਦਿੱਤੇ ਨੇ। ਕੇਜਰੀਵਾਲ ਜਦੋਂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਆਏ ਤਾਂ ਉਸ ਵਕਤ ਵੀ ਭਗਵੰਤ ਮਾਨ ਨੇ ਇੱਕ ਸ਼ਬਦ ਦੀ ਸਾਂਝ ਨਹੀਂ ਪਾਈ। ਦਰਅਸਲ ਇਉਂ ਪ੍ਰਤੀਤ ਹੋ ਰਿਹਾ ਕਿ ਭਗਵੰਤ ਮਾਨ ਆਪਣੀ ਚੁੱਪ ਦੇ ਰਾਹੀਂ ਹੀ ਆਪਣੇ ਸਵਾਲ ਖੜੇ ਕਰ ਰਹੇ ਨੇ ਕਿ ਉਹਨਾਂ ਨੇ ਪਾਰਟੀ ਦੇ ਲਈ ਬਹੁਤ ਕੁਝ ਕੀਤਾ ਤੇ ਜੇਕਰ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਗਵੰਤ ਮਾਨ ਨੇ ਪਾਰਟੀ ਲਈ ਬਹੁਤ ਸਾਰਾ ਕੰਮ ਕੀਤਾ,
ਪਰ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਦਰਕਿਨਾਰ ਕਰਕੇ ਹੋਰਨਾਂ ਦੇ ਉੱਤੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਭਵਿੱਖ ਦੇ ਵਿੱਚ ਤੜਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਰਵੇਖਣ ਕਰਵਾਏ ਜਾ ਰਹੇ ਆ ਵੱਖ-ਵੱਖ ਹਲਕਿਆਂ ਦੇ ਵਿੱਚ ਕਿ ਆਉਂਦੇ ਸਮੇਂ ਦੇ ਵਿੱਚ ਕਿਹਨੂੰ ਟਿਕਟ ਦੇਣੀ ਚਾਹੀਦੀ ਹੈ ਤੇ ਕਿਹਨੂੰ ਨਹੀਂ। ਪਰ ਮੈਨੂੰ ਨਿੱਜੀ ਤੌਰ ਤੇ ਜਾਪਦਾ ਵੀ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਬਗਾਵਤੀ ਸੁਰਾਂ ਉੱਠਣਗੀਆਂ, ਕਿਉਂਕਿ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ। ਇਹ ਗੱਲ ਹੁਣ SP ਸਿੰਘ ਓਬਰਾਏ ਨੇ ਵੀ ਕਹਿਤੀ ਹੈ ਕਿ ਮੇਰੇ ਨਾਲ ਆਪ ਦੀ ਲੀਡਰਸ਼ਿਪ ਨੇ ਗੱਲ ਕੀਤੀ CM ਕੈਂਡੀਡੇਟ ਬਣਾਉਣ ਦੇ ਲਈ, ਪਰ ਮੈਂ ਇਨਕਾਰ ਕਰਤਾ, ਮੇਰਾ ਕੰਮ ਸਮਾਜ ਸੇਵਾ। ਬਲਵੀਰ ਸਿੰਘ ਰਾਜੇਵਾਲ ਦੇ ਨਾਲ ਗੱਲ ਚੱਲੀ ਕਿ ਤੁਹਾਨੂੰ CM ਕੈਂਡੀਡੇਟ ਬਣਾਉਣਾ, ਇਹੋ ਜਿਹੀਆਂ ਖਬਰਾਂ ਆਈਆਂ, ਕਨਸੂਆਂ ਮਿਲੀਆਂ। ਬਾਅਦ ਦੇ ਵਿੱਚ ਰਾਜੇਵਾਲ ਸਾਹਿਬ ਨੇ ਕਿਹਾ ਜੀ ਕਿ ਸਾਡਾ ਪਹਿਲਾ ਮਨੋਰਥ ਖੇਤੀ ਕਾਨੂੰਨ ਰੱਦ ਕਰਵਾਉਣਾ। ਕਦੇ ਕੋਈ ਇਹਦਾ ਮਤਲਬ ਇਹ ਆ ਕਿ ਭਗਵੰਤ ਮਾਨ ਦੇ ਉੱਤੇ ਭਰੋਸਾ ਨਹੀਂ ਕੇਜਰੀਵਾਲ ਨੂੰ। ਤੇ ਜੇਕਰ ਭਗਵੰਤ ਮਾਨ ਦੇ ਉੱਤੇ ਭਰੋਸਾ ਨਹੀਂ ਤਾਂ ਜਿਹੜਾ ਅੱਜ ਨਵਾਂ ਪਾਰਟੀ ਦੇ ਵਿੱਚ ਆਊਗਾ ਬੰਦਾ, ਉਹਨੂੰ CM ਕੈਂਡੀਡੇਟ ਐਲਾਨਦੇ ਆ ਤਾਂ ਫਿਰ ਆਪਣੇ ਕੋਲੇ ਕਿਹੜਾ ਥਰਮਾਮੀਟਰ ਆ ਵੀ ਉਹਦੀ ਇਮਾਨਦਾਰੀ ਤੇ ਉਹਦੀ ਭਰੋਸੇਯੋਗਤਾ ਚੈੱਕ ਕੀਤੀ ਜਾ ਸਕੇ। ਸੋ ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ CM ਕੈਂਡੀਡੇਟ ਹੁਣੇ ਐਲਾਨਣਾ ਚਾਹੀਦਾ। ਇਹ ਗਲਤੀ ਦੁਬਾਰਾ ਨਹੀਂ ਕਰਨੀ ਚਾਹੀਦੀ ਜਿਵੇਂ ਅਸੀਂ ਪਿਛਲੀ ਵਾਰ ਕੀਤੀ ਸੀ। ਤੇ ਭਗਵੰਤ ਮਾਨ ਦੇ ਪੱਖ ਦੇ ਵਿੱਚ ਜਿਹੜੇ ਲੋਕ ਨੇ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਹੁਣ ਮੌਕਾ ਭਗਵੰਤ ਮਾਨ ਨੂੰ ਊਰਜਾ ਦੇਣ ਦਾ, ਭਗਵੰਤ ਮਾਨ ਹੁਣੇ ਤੋਂ ਸਰਗਰਮੀ ਵਿੱਢੇ, ਕਿਉਂਕਿ ਉਹ ਤਾਂ ਵਿੱਢਣਗੇ ਜੇਕਰ ਉਹਨਾਂ ਨੂੰ CM ਕੈਂਡੀਡੇਟ ਐਲਾਨਿਆ ਜਾਊਗਾ, ਨਹੀਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖਿੰਡ ਭੁੰਡ ਵੀ ਸਕਦੀ ਹੈ। ਲੋਕਾਂ ਦੀ ਰਾਏ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਫਿਰ ਖਬਰ ਦੀ ਖਬਰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦੀ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।